ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸੈਂਪਲ ਪੇਪਰ ਪੈਸ ਨਵੰਬਰ 2020 ਕਲਾਸ 10th ਮੈਥਮੈਟਿਕਸ। ਇਸ ਵੀਡੀਓ ਲੈਕਚਰ ਦੇ ਵਿੱਚ ਤੁਸੀਂ ਦੁਹਰਾਈ ਲਈ ਡਿਪਾਰਟਮੈਂਟ ਵੱਲੋਂ ਭੇਜੇ ਸੈਂਪਲ ਪੇਪਰ ਦੇ ਸਾਰੇ ਪ੍ਰਸ਼ਨਾਂ ਦਾ ਹੱਲ ਵੇਖੋਗੇ। ਆਓ ਸ਼ੁਰੂ ਕਰਦੇ ਹਾਂ। क्वेश्चन नंबर 1, दो घाती समीकरण x स्क्वायर माइनस 3x प्लस 7 इक्वल टू 0 ਦੇ ਮੂਲਾਂ ਦੀ ਪ੍ਰਕਿਰਤੀ ਹੈ। The roots of the quadratic equation x square minus 3x plus 7 equal to 0 ਇਹਨਾਂ ਚਾਰ ਆਪਸ਼ਨ ਦੇ ਵਿੱਚੋਂ ਆਪਾਂ ਇੱਕ ਪਤਾ ਕਰਨੀ ਹੈ। ਮੂਲਾਂ ਦੀ ਪ੍ਰਕਿਰਤੀ ਡਿਸਕ੍ਰਿਮੀਨੈਂਟ ਤੇ ਨਿਰਭਰ ਕਰਦੀ ਹੈ। ਡਿਸਕ੍ਰਿਮੀਨੈਂਟ ਕੀ ਹੁੰਦਾ? b square minus 4ac। ਅਸੀਂ ਇਕੁਏਸ਼ਨ ਦੇ ਵਿੱਚੋਂ b ਦੀ ਵੈਲਿਊ, a ਦੀ ਵੈਲਿਊ, c ਦੀ ਵੈਲਿਊ ਇਸ ਦੇ ਵਿੱਚ ਪੁੱਟ ਕਰਨੀ ਹੈ। b स्क्वायर यानी कि -3 का स्क्वायर वो पॉजिटिव 9 -4 इंटू a की वैल्यू 1 इंटू c की वैल्यू 7 7 बनता 7 इंटू -4 28 -9 18 चो 9 एंड 1 19 ਜਿਹੜੇ ਹੈਗੇ ਆ ਉਹ ਨੈਗੇਟਿਵ ਹੋਣ ਕਰਕੇ, ਕਿਉਂਕਿ 28 ਨੈਗੇਟਿव है, नो रूट्स वाली स्थिति है यानी कि मूल वास्तविक नहीं। ऑप्शन सी इज द राइट ऑप्शन। क्वेश्चन नंबर 2, समीकरण x स्क्वायर प्लस 2kx प्लस 25 इक्वल टू 0 ਦੇ ਦੋਵੇਂ ਮੂਲ ਸਮਾਨ ਹਨ, ਇਸ ਲਈ k ਦਾ ਮੁੱਲ ਪਤਾ ਕਰੋ। ਯਾਨੀ ਕਿ both roots are equal, then value of k is a। ਜਿਹੜੀ k ਦੀ ਵੈਲਿਊ a ਵੀ ਡਿਸਕ੍ਰਿਮੀਨੈਂਟ ਤੇ ਡਿਪੈਂਡ ਕਰਦੀ ਹੈ। b ਸਕੁਅਰ ਮਾਈਨਸ 4ac ਦੇ ਵਿੱਚੋਂ ਅਸੀਂ ਇਸ ਇਕੁਏਸ਼ਨ ਵਿੱਚੋਂ a ਦੀ ਵੈਲਿਊ ਜਿਹੜੀ ਹੈਗੀ ਹੈ ਉਹ ਇੱਕ ਪੁੱਟ ਕਰਨੀ ਹੈ। c ਦੀ ਵੈਲਿਊ ਸਾਡੇ ਕੋਲੇ 25 ਹੈ। b स्क्वायर ਦੀ ਜਗ੍ਹਾ ਤੇ 2k ਹੋਲ ਸਕੁਅਰ ਲਿਖਾਂਗੇ ਤਾਂ ਉਹ ਬਣ ਜਾਏਗਾ 4k ਸਕੁਅਰ ਇਕੁਅਲਸ ਟੂ ਅਸੀਂ ਕੀ ਲਿਖਾਂਗੇ 0, ਬਿਕੋਜ਼ ਜਦੋਂ ਰੂਟ ਇਕੁਅਲ ਹੋਣ d ਦੀ ਵੈਲਿਊ ਜਿਹੜੀ ਆ ਉਹ 0 ਦੇ ਇਕੁਅਲ ਹੁੰਦੀ ਹੈ। ਇਸ ਇਕੁਏਸ਼ਨ ਨੂੰ ਅਸੀਂ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲੇ 4k ਸਕੁਅਰ ਲੈਫਟ ਹੈਂਡ ਸਾਈਡ ਦੇ ਵਿੱਚ ਹੈ। 25 ਇੰਟੂ -4 -100 ਉਹ ਰਾਈਟ ਹੈਂਡ ਦੇ ਵਿੱਚ ਸ਼ਿਫਟ ਕਰਕੇ ਪੋਜ਼ਿਟਿਵ 100 ਹੋ ਗਏ। ਅਸੀਂ k ਸਕੁਅਰ ਦੀ ਵੈਲਿਊ ਜਿਹੜੀ ਹੈ ਉਹ 100 ਡਿਵਾਈਡਡ ਬਾਈ 4 ਕੈਂਸਲ ਹੋ ਕੇ 25 ਬਣ ਜਾਣਗੇ। ਹੁਣ ਜਦੋਂ ਅਸੀਂ ਓਨਲੀ k ਦੀ ਵੈਲਿਊ ਫਾਈਂਡ ਕਰਾਂਗੇ ਤਾਂ ਇਹ ਸਕੁਅਰ ਦੂਸਰੇ ਪਾਸੇ ਜਾ ਕੇ ਸਕੁਅਰ ਰੂਟ ਬਣ ਜਾਏਗਾ। ਜਦੋਂ 25 ਦਾ ਸਕੁਅਰ ਰੂਟ ਫਾਈਂਡ ਕਰਾਂਗੇ ਤਾਂ ਉਹ ਪੋਜ਼ਿਟਿਵ 5 ਵੀ ਆ ਸਕਦਾ ਹੈ, ਨੈਗੇਟਿਵ 5 ਵੀ ਆ ਸਕਦਾ ਹੈ, ਯਾਨੀ ਕਿ ਆਪਸ਼ਨ ਡੀ ਇਜ਼ ਦਾ ਰਾਈਟ ਆਪਸ਼ਨ। क्वेश्चन नंबर 3, जेकर दिते गए रेखी समीकरणों दे जोड़े cx minus y equals to 2 and 6x minus 2y equals to 4 दे अनंत हल होन ता c दा मुल पता करो। यानी कि वैल्यू ऑफ c we have to find। pair of linear equation is given cx minus y is equal to 2 and 6x minus 2y equal to 4 have infinitely many solution। ਉਹਦੇ ਵਾਸਤੇ ਸਾਡੇ ਕੋਲੇ ਕੀ ਹੈਗੇ ਗੁਣਾਂਕਾਂ ਦੀ ਸਥਿਤੀ a1 upon a2 equals to b1 upon b2 equals to c1 upon c2। ਅਨੰਤ ਹੱਲ ਹੋਣ ਦੇ ਵੇਲੇ ਗੁਣਾਂਕਾਂ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ। ਅਸੀਂ ਪਹਿਲੇ ਪੇਅਰ ਦੇ ਵਿੱਚੋਂ ਜਿਹੜੀ ਇਕੁਏਸ਼ਨ ਬਣ ਰਹੀ ਹੈ ਉਹਦੇ ਵਿੱਚ ਹੀ ਵੈਲਿਊ ਪੁੱਟ ਕਰਕੇ c ਦੀ ਵੈਲਿਊ ਫਾਈਂਡ ਕਰ ਲਾਂਗੇ। ਕਿਵੇਂ ਫਾਈਂਡ ਕਰਾਂਗੇ? a1 ਦੀ ਵੈਲਿਊ ਇੱਥੇ c ਹੈ, a2 ਦੀ ਵੈਲਿਊ ਜਿਹੜੀ x ਦਾ ਗੁਣਾਂਕ ਹੈ ਉਹ 6 ਹੈ, ਇਕੁਅਲਸ ਟੂ b1 ਦੀ ਵੈਲਿਊ y ਦਾ ਗੁਣਾਂਕ ਹੈ ਉਹ -1 ਹੋਏਗਾ। ਇੱਧਰ y ਦਾ ਦੂਸਰੀ ਸਮੀਕਰਨ ਦੇ ਵਿੱਚ ਜਿਹੜਾ ਕੋਐਫੀਸ਼ੀਐਂਟ ਹੈ ਉਹ -2 ਹੈ। ਇਸ ਵੇਲੇ ਜਿਹੜਾ ਇਹ 6 ਹੈ, ਅਗਰ ਇਹਨੂੰ ਅਸੀਂ ਸ਼ਿਫਟ ਕਰਾਂਗੇ ਤਾਂ c ਦੀ ਵੈਲਿਊ ਜਿਹੜੀ ਹੈ ਉਹ 6 -1 ਨਾਲ ਮਲਟੀਪਲਾਈ ਹੋ ਕੇ ਇੱਧਰ ਕ੍ਰਾਸ ਮਲਟੀਪਲਾਈ -6 ਹੋ ਜਾਏਗਾ ਤੇ ਨੀਚੇ ਸਾਡੇ ਕੋਲੇ ਜਿਹੜਾ ਹੈਗਾ ਉਹ ਆਲਰੇਡੀ -2 ਹੈ। ਨੈਗੇਟਿਵ ਨੈਗੇਟਿਵ ਕੈਂਸਲ 2 3 are 6 ਯਾਨੀ ਕਿ c ਦੀ ਵੈਲਿਊ ਜਿਹੜੀ ਹੈ ਉਹ +3 ਜਿਹੜੀ ਕਿ ਆਪਸ਼ਨ ਫਸਟ ਜਿਹੜੀ ਹੈ ਤੁਹਾਡੀ a ਆਪਸ਼ਨ ਹੈ ਉਹ ਰਾਈਟ ਆਪਸ਼ਨ ਹੈ। क्वेश्चन नंबर 4, समीकरण प्रणाली x plus 3y equals to 10 x plus y equal to 6 ਵਿੱਚ x ਦਾ ਮੁੱਲ ਪਤਾ ਕਰਨਾ ਹੈ। ਇੱਥੇ ਅਸੀਂ ਕੀ ਕਰਾਂਗੇ? ਵਿਧੀ ਕੋਈ ਵੀ ਲਗਾ ਸਕਦੇ ਹਾਂ, ਕੋਈ ਵੀ ਮੈਥਡ ਯੂਜ਼ ਕਰ ਸਕਦੇ ਹਾਂ। ਅਸੀਂ ਕੀ ਕਰਦੇ ਹਾਂ, ਇਹਨੂੰ ਪਹਿਲੀ ਇਕੁਏਸ਼ਨ ਕਹਿੰਦੇ ਆ, ਇਸ ਦੂਸਰੀ ਨੂੰ ਦੂਸਰੀ ਇਕੁਏਸ਼ਨ। ਸੈਕੰਡ ਇਕੁਏਸ਼ਨ ਦੇ ਵਿੱਚੋਂ ਅਸੀਂ ਇਹ y ਨੂੰ ਇੱਕ ਸਾਈਡ ਤੇ ਰੱਖਦੇ ਹਾਂ ਤੇ x ਜਿਹੜਾ ਹੈ ਉਹ ਸ਼ਿਫਟ ਹੋ ਜਾਏਗਾ ਰਾਈਟ ਹੈਂਡ, ਉਹ ਬਣ ਜਾਏਗਾ 6 - x। y ਦੀ ਜਿਹੜੀ ਇਹ ਵੈਲਿਊ ਹੈ ਇਹਨੂੰ ਤੁਸੀਂ ਨੰਬਰ 1 ਇਕੁਏਸ਼ਨ ਵਿੱਚ y ਦੀ ਥਾਂ ਤੇ ਰੱਖੋਗੇ, ਉੱਥੋਂ y ਐਲੀਮੀਨੇਟ ਹੋ ਜਾਏਗਾ ਤੇ x ਦੀ ਵੈਲਿਊ ਪ੍ਰਾਪਤ ਹੋ ਜਾਏਗੀ। ਯਾਨੀ ਕਿ x plus
3 into y ਦੀ ਵੈਲਿਊ ਸਾਡੇ ਕੋਲ ਜਿਹੜੀ ਅਸੀਂ ਹੁਣੇ ਫਾਈਂਡ ਕੀਤੀ ਹੈ 6 minus x 6 minus x equals to 10। ਮੈਂ ਕੀ ਕੀਤਾ ਹੈ, ਸੈਕੰਡ ਇਕੁਏਸ਼ਨ ਤੋਂ y ਦੀ ਵੈਲਿਊ ਫਾਈਂਡ ਕੀਤੀ, ਉਹਨੂੰ ਫਸਟ ਇਕੁਏਸ਼ਨ ਦੇ ਵਿੱਚ ਪੁੱਟ ਕੀਤਾ y ਦੀ ਥਾਂ ਤੇ। ਹੁਣ ਸਾਡੇ ਕੋਲੇ ਕੀ ਹੈ, x plus 3 into 6 18 minus 3 into x minus 3x equals to 10। ਸਾਡੇ ਕੋਲੇ ਲੈਫਟ ਹੈਂਡ ਸਾਈਡ ਤੇ -3x ਹੈ, ਪੋਜ਼ਿਟਿਵ 1 ਯਾਨੀ ਕਿ -2x ਬਣ ਜਾਣਗੇ। ਰਾਈਟ ਸਾਈਡ ਤੇ ਪੋਜ਼ਿਟਿਵ 10 ਹੈ, ਇਹ ਵਾਲਾ ਜਿਹੜਾ 18 ਹੈ ਇਹ ਇੱਧਰ ਸ਼ਿਫਟ ਹੋ ਕੇ -18 ਬਣ ਜਾਣਗੇ। ਇਸ ਵੇਲੇ -2x equal to -8 ਐਂਡ ਓਨਲੀ x is equal to ਨੈਗੇਟਿਵ ਨਾਲ ਨੈਗੇਟਿਵ ਸਾਈਨ ਕੱਟਿਆ ਜਾਏਗਾ ਤੇ 2 ਨਾਲ ਡਿਵਾਈਡ ਹੋ ਕੇ ਸਾਨੂੰ ਕੀ ਪ੍ਰਾਪਤ ਹੋਏਗਾ, 4x ਦੀ ਵੈਲਿਊ 4 ਯਾਨੀ ਕਿ B ਆਪਸ਼ਨ ਤੁਹਾਡੀ ਸਹੀ ਜਵਾਬ ਹੋਏਗਾ। ਕੁਐਸਚਨ ਨੰਬਰ 5 x plus y, ਇੱਥੇ x plus y ਕਰ ਲਓ, ਮਾਈਨਸ ਸੀ ਉਹ ਗਲਤ ਸੀ, x plus y, x plus 3, x plus 6 minus y ਵਗੈਰਾ ਵਗੈਰਾ, ਇਹ ਸਾਰੇ ਪ੍ਰੇਖਣ ਨੇ ਪਰ ਇਹਨਾਂ ਦਾ ਅੰਕ ਗਣਿਤਕ ਮੱਧਮਾਨ ਯਾਨੀ ਕਿ ਮੀਨ 10 ਹੈ, ਯਾਨੀ ਕਿ ਪਹਿਲਾਂ ਹੀ ਮੀਨ ਦਾ ਪਤਾ ਕੀਤਾ ਹੋਇਆ ਹੈ। x ਦੀ ਵੈਲਿਊ ਅਸੀਂ ਪਤਾ ਕਰਨੀ ਹੈ ਤਾਂ ਮੀਨ ਕਿੱਦਾਂ ਫਾਈਂਡ ਹੁੰਦਾ ਹੈ, ਸਾਨੂੰ ਪਤਾ ਕਿ ਇਹ ਸਾਰੇ ਪ੍ਰੇਖਣ ਹੈ ਜਿਹੜੇ, ਇਹਨਾਂ ਦੀ ਅਸੀਂ ਐਡੀਸ਼ਨ ਕਰਾਂਗੇ, ਜਿੱਥੇ ਜਿੱਥੇ ਕੌਮੇ ਲੱਗੇ ਹੈ ਤੁਸੀਂ ਉੱਥੇ ਪਲੱਸ ਦਾ ਸਾਈਨ ਪਾ ਕੇ ਪ੍ਰੇਖਣਾਂ ਦਾ ਜੋੜ ਪਤਾ ਕਰਾਂਗੇ ਤੇ ਇਹ ਸਾਰੇ ਪ੍ਰੇਖਣਾਂ ਨੂੰ ਕਾਊਂਟ ਕਰਕੇ ਉਹਦੇ ਬਟੇ ਗਿਣਤੀ ਲਿਖਾਂਗੇ। ਪਹਿਲਾ ਪ੍ਰੇਖਣ ਸੀ 1, ਫਿਰ ਦੂਸਰਾ ਇਹ ਵਾਲਾ 2, 3, 4, 5 ਯਾਨੀ ਕਿ 5 ਪ੍ਰੇਖਣ ਆ ਆਪਣੇ ਕੋਲੇ, ਅਸੀਂ ਗਿਣਤੀ 5 ਹੇਠਾਂ ਲਿਖਤੀ। ਇਸ ਵੇਲੇ ਤੁਸੀਂ ਵੇਖ ਰਹੇ ਹੋ ਪ੍ਰੇਖਣਾਂ ਦਾ ਜੋੜ ਬਟੇ ਪ੍ਰੇਖਣਾਂ ਦੀ ਗਿਣਤੀ ਬਰਾਬਰ ਅੰਕ ਗਣਿਤਕ ਮੱਧਮਾਨ ਜਿਹੜਾ ਸਾਨੂੰ ਪਹਿਲਾਂ ਹੀ ਦਿੱਤਾ ਕਿੰਨਾ, 10। ਹੁਣ ਅਸੀਂ ਕਰਾਂਗੇ ਕਿ ਇਹਨਾਂ ਜਿਹੜੇ ਪ੍ਰੇਖਣ ਉੱਪਰ ਨੇ ਇਹਨਾਂ ਦਾ ਜੋੜ ਕਰਨਾ ਹੈ। ਇਹਦੇ ਵਿੱਚ ਜਿਹੜੇ x ਹੈ ਉਹਨਾਂ ਨੂੰ ਕਾਊਂਟ ਕਰਾਂਗੇ ਤਾਂ ਉਹ 5 ਹੈ, 5 ਵਾਰੀ ਹੈ, ਉਹਨੂੰ ਅਸੀਂ ਲਿਖਾਂਗੇ 5x। ਜਿਹੜੀ y ਪੋਜ਼ਿਟਿਵ ਹੈ y ਨੈਗੇਟਿਵ ਹੈ ਇਹ ਕੈਂਸਲ ਹੋ ਜਾਏਗੀ, ਸਿਰਫ ਨੰਬਰ ਰਹਿ ਜਾਣਗੇ 3 ਤੇ 6 9 ਤੇ 9 18 ਤੇ 12 30 ਯਾਨੀ ਕਿ ਨਿਊਮਰੇਟਰ ਸਾਡਾ ਅੰਸ਼ ਬਣ ਜਾਏਗਾ 5x plus 30 ਬਟੇ ਹਰ ਕਿੰਨਾ ਹੈ 5। ਦੂਸਰੇ ਪਾਸੇ ਸਾਡੇ ਕੋਲੇ ਕੀ ਹੈ 10। ਹੁਣ ਆਪਾਂ ਇਹ ਜਿਹੜਾ 5 ਹੈ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ, ਇਹ ਕਿੰਨਾ ਬਣ ਜਾਏਗਾ 5 into 10 5x plus 30 ਬਰਾਬਰ 50 ਬਣ ਜਾਣਗੇ। ਜਿਹੜਾ 5x ਹੈ ਇਹ 30 ਉਧਰ ਜਾ ਕੇ ਮਾਈਨਸ ਹੋ ਜਾਣਗੇ, ਜਾਣੀ ਕਿ 50 minus 30 is equal to 20, 5x is equal to 20 and only x। ਜਦੋਂ 20 divided by 5 ਹੋ ਗਿਆ ਤਾਂ ਕੱਟ ਕੇ ਕਿੰਨਾ ਆ ਗਿਆ 4, ਯਾਨੀ ਕਿ D ਆਪਸ਼ਨ ਹੈ ਜਿਹੜੀ ਉਹ x ਦੀ ਸਹੀ ਵੈਲਿਊ ਹੋਏਗੀ। ਕੁਐਸਚਨ ਨੰਬਰ 6 ਜੇਕਰ ਸੰਖਿਆਵਾਂ 6, 7, x, 8, y, 14 ਦਾ ਮੱਧਮਾਨ 9 ਹੈ ਤਾਂ ਇਹਨਾਂ ਸਾਰੀਆਂ ਆਪਸ਼ਨਸ ਵਿੱਚੋਂ ਕਿਹੜੀ ਸਹੀ ਹੈ। ਪਰ ਵਿਦਿਆਰਥੀਓ ਅੰਗਰੇਜ਼ੀ ਵਾਲੇ ਵਿੱਚ ਮੀਡੀਅਨ ਲਿਖਿਆ ਹੈ, ਗਲਤ ਹੈ, ਇੱਥੇ ਮੀਨ ਹੋਣਾ ਚਾਹੀਦਾ ਹੈ। ਮੀਨ ਤਾਂ ਆਪਣੇ ਕੋਲੇ ਉਹੀ ਫਾਰਮੂਲਾ ਪ੍ਰੇਖਣਾਂ ਦਾ ਜੋੜ ਸਮ ਆਫ ਆਬਜ਼ਰਵੇਸ਼ਨ, ਇਹ ਸਾਰਿਆਂ ਨੂੰ ਜੋੜਾਂਗੇ ਤਾਂ ਜਿਹੜੇ ਨੰਬਰ ਨੇ ਉਹ ਨੇ 6 ਤੇ 7 13 ਤੇ 8 21 10 31 35। 35 ਤਾਂ ਸਾਡੇ ਕੋਲੇ ਅੰਕਾਂ ਦਾ ਜੋੜ ਹੈ, ਅੱਖਰ ਸਾਡੇ ਕੋਲੇ ਇੱਕ x ਹੈ ਦੂਜਾ y ਹੈ, ਉਹ ਉਵੇਂ ਹੀ x plus y ਰਹਿਣਗੇ। ਜਦੋਂ ਅਸੀਂ ਸਮ ਆਫ ਆਬਜ਼ਰਵੇਸ਼ਨ ਦੇ ਨੀਚੇ ਨੰਬਰ ਆਫ ਆਬਜ਼ਰਵੇਸ਼ਨ ਲਿਖਣਾ ਹੈ, ਕਾਊਂਟ ਕਰਾਂਗੇ 1 2 3 4 5 6, ਸਾਡਾ ਡਿਨੋਮੀਨੇਟਰ 6 ਬਣ ਗਿਆ, ਇਹ ਬਣ ਗਿਆ ਸਾਡਾ ਮੀਨ। ਬਟ ਮੀਨ ਆਲਰੇਡੀ ਗਿਵਨ ਹੈ, ਕਾਹਦੇ ਇਕੁਅਲ 9 ਦੇ ਇਕੁਅਲ ਗਿਵਨ ਹੈ। ਹੁਣ ਅਸੀਂ ਕੀ ਕਰਨਾ ਹੈ 35 plus x plus y equal to ਇਹ 6 9 ਨਾਲ ਮਲਟੀਪਲਾਈ ਹੋ ਕੇ 54 ਬਣ ਜਾਏਗਾ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ 35 ਹੈ ਇਹਨੂੰ ਰਾਈਟ ਹੈਂਡ ਸਾਈਡ ਤੇ ਸ਼ਿਫਟ ਕਰਾਂਗੇ ਤਾਂ x plus y is equal to 54 ਦੇ ਵਿੱਚੋਂ 35 ਮਾਈਨਸ ਕਰਾਂਗੇ ਯਾਨੀ ਕਿ 19 ਬਚੇਗਾ। ਲੈਫਟ ਹੈਂਡ ਤੇ x plus y, ਰਾਈਟ ਹੈਂਡ ਤੇ 19, ਆਪਸ਼ਨ C ਹੈ ਇਹ ਸਹੀ ਜਵਾਬ ਹੋਏਗਾ। ਕੁਐਸਚਨ ਨੰਬਰ 7 ट्रायंगल ABC समरूप ट्रायंगल DEF, AB ਦੀ ਵੈਲਿਊ ਗਿਵਨ ਹੈ, DE ਦੀ ਵੈਲਿਊ ਗਿਵਨ ਹੈ, EF ਐਂਡ FD ਦੀ ਵੈਲਿਊ ਗਿਵਨ ਹੈ, ਫਾਈਂਡ ਦਾ ਪੈਰੀਮੀਟਰ ਆਫ ABC। ਇਹਦਾ ਮਤਲਬ ਸਾਨੂੰ ਜਿਹੜੀ ਟ੍ਰਾਇੰਗਲ ABC ਹੈ ਉਹਦੀਆਂ ਤਿੰਨੋਂ ਸਾਈਡਸ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ, ਯਾਨੀ ਕਿ AB BC ਐਂਡ AC। ਇਹਦੀ ਵੈਲਿਊ ਜਦੋਂ ਸਾਨੂੰ ਤਿੰਨਾਂ ਦੀ ਪਤਾ ਹੋਏਗੀ ਇਹਨਾਂ ਨੂੰ ਐਡ ਕਰਾਂਗੇ ਸਾਡੇ ਕੋਲੇ ਪਰਿਮਾਪ ਜਾਂ ਪੈਰੀਮੀਟਰ ਆ ਜਾਏਗਾ।
ਸਾਨੂੰ ਪਤਾ ਹੈ ਕਿ ਜਦੋਂ ਦੋ ਤਿਕੋਣਾ ਦੋ ਟ੍ਰਾਇੰਗਲਸ ਸਿਮਿਲਰ ਹੁੰਦੀਆਂ ਉਹਨਾਂ ਦੀਆਂ ਅਨੁਸਾਰੀ ਭੁਜਾਵਾਂ ਸਮਾਨ ਅਨੁਪਾਤ ਵਿੱਚ ਹੁੰਦੀਆਂ, ਜਿਹੜੀਆਂ ਕਿ ਮੈਂ ਲਿਖੀਆਂ ਹੋਈਆਂ AB ਬਟੇ DE ਬਰਾਬਰ ਹੋਏਗਾ BC ਬਟੇ EF ਇਕੁਅਲ ਟੂ AC ਬਟੇ DF। ਹੁਣ ਅਸੀਂ AB ਦੀ ਵੈਲਿਊ ਨੀਚੇ ਲਿਖਾਂਗੇ, DE ਦੀ ਵੈਲਿਊ ਗਿਵਨ ਹੈ। BC ਦੀ ਵੈਲਿਊ ਫਾਈਂਡ ਕਰਨ ਲਈ ਸਾਡੇ ਕੋਲ ਇਕੁਏਸ਼ਨ ਬਣ ਗਈ। BC ਅਸੀਂ ਫਾਈਂਡ ਕਰਾਂਗੇ, ਨੀਚੇ ਜਿਹੜੀ EF ਦੀ ਵੈਲਿਊ ਹੈ ਸਾਡੇ ਕੋਲੇ ਉਹ 9 ਪੁੱਟ ਕਰਾਂਗੇ। ਇਹ 9 ਜਿਹੜਾ 4 ਨਾਲ ਮਲਟੀਪਲਾਈ ਹੋ ਜਾਏਗਾ, ਨੀਚੇ 6 ਹੈ ਤਾਂ BC ਦੀ ਵੈਲਿਊ 6 36 ਕਿਉਂਕਿ 4 9 36 ਹੁੰਦੇ ਆ, ਜਾਣੀ ਕਿ BC ਦੀ ਵੈਲਿਊ ਅਸੀਂ ਕਿੰਨੀ ਫਾਈਂਡ ਕਰ ਲਈ 6 ਸੈਂਟੀਮੀਟਰ। AB ਦੀ ਵੈਲਿਊ ਪਹਿਲਾਂ ਗਿਵਨ ਸੀ 4 ਸੈਂਟੀਮੀਟਰ। ਹੁਣ ਅਸੀਂ ਰਹਿ ਗਈ ਇਕੱਲੀ AC ਦੀ ਵੈਲਿਊ, ਉਹਦੇ ਵਾਸਤੇ ਵੀ ਇਕੁਏਸ਼ਨ ਸਾਡੇ ਕੋਲੇ 4 ਬਟੇ 6 ਬਰਾਬਰ AC ਬਟੇ 12 ਕਿਉਂਕਿ FD ਦੀ ਵੈਲਿਊ 12 ਹੈ ਤਾਂ ਇਹ 12 ਜਿਹੜਾ ਹੈ ਉੱਪਰ ਚੱਲ ਕੇ 4 ਨਾਲ ਮਲਟੀਪਲਾਈ ਹੋ ਜਾਏਗਾ, 12 ਚੌਕ 48। ਜਦੋਂ 6 ਨਾਲ ਅਸੀਂ 48 ਨੂੰ ਕੈਂਸਲ ਕਰਾਂਗੇ ਸਾਡੇ ਕੋਲੇ ਕੀ ਆ ਜਾਏਗਾ 8, ਯਾਨੀ ਕਿ AC ਦੀ ਵੈਲਿਊ 8। ਹੁਣ ਆ ਜਾਏਗਾ ਪਰਿਮਾਪ ਜਾਂ ਪੈਰੀਮੀਟਰ। ਪਰਿਮਾਪ ਤਿੰਨਾਂ ਭੁਜਾਵਾਂ ਦੀ ਐਡੀਸ਼ਨ ਹੋਏਗੀ, 4 AB ਦੀ ਵੈਲਿਊ ਹੈ, 6 BC ਦੀ ਵੈਲਿਊ ਹੈ ਐਂਡ AC ਦੀ ਵੈਲਿਊ ਕਿੰਨੀ ਹੈ 8 ਹੈ। 6 4 10 ਤੇ 8 18। ਤੁਹਾਡੀ ਆਪਸ਼ਨ ਜਿਹੜੀ A ਹੈ 18 ਉਹ ਸਹੀ ਜਵਾਬ ਹੋਏਗਾ, ਜਿਹੜਾ ਕਿ ਦੂਸਰੇ ਪਾਸੇ ਦਰਜ ਹੈ। ਤੁਸੀਂ ਵੇਖ ਸਕਦੇ ਹੋ A ਆਪਸ਼ਨ ਹੈ ਜਿਹੜੀ ਤੁਹਾਡੀ ਉਹ 18 ਸੈਂਟੀਮੀਟਰ ਹੈ। ਕੁਐਸਚਨ ਨੰਬਰ 9, ਮੱਧਿਕਾ ਹਮੇਸ਼ਾ ਹੈ ਯਾਨੀ ਕਿ ਮੀਡੀਅਨ ਇਜ਼। 4 ਆਪਸ਼ਨ ਦੇ ਵਿੱਚੋਂ ਜਿਹੜੀ ਸਾਡੀ B ਆਪਸ਼ਨ ਹੈ ਉਹ ਸਹੀ ਹੈ, ਵਿਚਕਾਰਲਾ ਮੁੱਲ ਹੀ ਮੱਧਿਕਾ ਹੁੰਦਾ ਹੈ। ਕੁਐਸਚਨ ਨੰਬਰ 10, ਦਿੱਤੇ ਰਚਨਾ ਲਈ ਸਹੀ ਵਿਕਲਪ ਚੁਣੋ। ਪਿਆਰੇ ਵਿਦਿਆਰਥੀਓ, ਇਹ ਕੋਈ ਦਿੱਤੀ ਹੋਈ ਤਿਕੋਣ ਦੇ ਸਮਰੂਪ ਇੱਕ ਹੋਰ ਤਿਕੋਣ ਬਣਾਈ ਗਈ ਹੈ। ਤੁਸੀਂ ਰਚਨਾਵਾਂ ਵਾਲਾ ਅਧਿਆਇ ਕੀਤਾ, ਉਹਦੇ ਵਿੱਚ ਜਿਹੜੀ ਆਹ ਵਾਲੀ AC ਭੁਜਾ ਹੈ ਇਹ ਪੁਰਾਣੀ ਤਿਕੋਣ ਦੀ ਆ, ਉਸ ਤੋਂ ਬਾਅਦ ਵੱਡੀ ਤਿਕੋਣ ਬਣਾਈ ਆ, ਉਹਦੀ ਭੁਜਾ A1 C1 ਹੈ ਤਾਂ ਇਹ ਦੋਨੇ ਭੁਜਾਵਾਂ ਸਮਾਨਾਂਤਰ ਹੁੰਦੀਆਂ, ਇਸ ਕਰਕੇ B ਵਿਕਲਪ ਹੈ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 11, ਇੱਕ ਚੱਕਰ ਦੀਆਂ ਦੋ ਸਪਰਸ਼ਕਾਵਾਂ ਜੋ ਆਪਸ ਵਿੱਚ 70 ਡਿਗਰੀ ਦੇ ਕੋਣ ਬਣਾਉਂਦੀਆਂ ਹਨ ਦੀ ਰਚਨਾ ਕਰਨ ਨਾਲ ਚੱਕਰ ਦੇ ਜਿਹੜੇ ਦੋ ਅਰਧ ਵਿਆਸਾਂ ਦੇ ਸਿਖਰ ਤੇ ਸਪਰਸ਼ਕਾਵਾਂ ਖਿੱਚੀਆਂ ਜਾਣੀਆਂ ਹਨ, ਆਪਸ ਵਿੱਚ ਇੱਕ ਦੂਜੇ ਨਾਲ ਕਿੰਨਾ ਕੋਣ ਬਣਾਉਂਦੇ ਹਨ। ਟੂ ਡਰਾ ਅ ਪੇਅਰ ਆਫ ਟੈਂਜੈਂਟ ਟੂ ਅ ਸਰਕਲ ਵਿਚ ਆਰ ਇਨਕਲਾਈਨਡ ਟੂ ਈਚ ਅਦਰ ਐਟ ਐਨ ਐਂਗਲ ਆਫ 70 ਡਿਗਰੀ। ਆਪਾਂ ਇੱਕ ਫਿਗਰ ਬਣਾਉਣੇ ਆ, ਇਹ ਇੱਕ ਰਫ ਸਾਡਾ ਸਰਕਲ ਹੈ, ਇਹਦੀਆਂ ਦੋ ਸਪਰਸ਼ ਰੇਖਾਵਾਂ ਜਿਹੜੀਆਂ ਉਹ ਬਾਹਰ ਆਪਸ ਵਿੱਚ ਮਿਲ ਕੇ 70 ਡਿਗਰੀ ਦਾ ਕੋਣ ਬਣਾਉਂਦੀਆਂ, ਇਹ ਸਾਨੂੰ ਕਿਹਾ ਗਿਆ ਹੈ। ਹੁਣ ਇਹ ਜਿੱਥੇ ਕੇਂਦਰ ਹੈ ਉਹ ਕੇਂਦਰ ਤੋਂ ਆਪਾਂ ਸਪਰਸ਼ ਬਿੰਦੂ ਤੱਕ ਜਾਂਦਾ ਹੋਇਆ ਅਰਧ ਵਿਆਸ ਖਿੱਚਦੇ ਆ, ਇਹਨਾਂ ਨੇ ਲਿਖਿਆ ਹੋਇਆ ਹੈ ਡਰਾ ਟੈਂਜੈਂਟ ਐਟ ਦਾ ਐਂਡ ਪੁਆਇੰਟ ਆਫ ਦੋਜ਼ ਟੂ ਰੇਡੀਆਈਜ਼ ਦਾ। ਉਹਦੇ ਵਿੱਚ ਕੀ ਹੈ ਕਿ ਦੂਸਰਾ ਜਿਹੜਾ ਅਰਧ ਵਿਆਸ ਆ ਉਹ ਵੀ ਸਪਰਸ਼ ਬਿੰਦੂ ਤੇ ਟੱਚ ਕਰੇਗਾ। ਹੁਣ ਪ੍ਰਸ਼ਨ ਇਹ ਕਹਿੰਦਾ ਹੈ ਕਿ ਆਹ ਵਾਲਾ ਕੋਣ ਹੈ, ਇਹ ਜਿਹੜੇ ਦੋ ਅਰਧ ਵਿਆਸ ਆ ਉਹਨਾਂ ਦੇ ਵਿਚਕਾਰ ਕੋਣ ਕਿੰਨੇ ਡਿਗਰੀ ਦਾ ਬਣੇਗਾ। ਪਿਆਰੇ ਵਿਦਿਆਰਥੀਓ, ਇੱਥੇ ਸਾਨੂੰ ਪਤਾ ਹੈ ਕਿ 90 ਦਾ ਹੀ ਕੋਣ ਬਣਨਾ ਹੈ, ਇੱਥੇ 90 ਦਾ ਕੋਣ ਬਣਨਾ ਹੈ। ਇਹ ਇੱਕ ਚਤੁਰਭੁਜ ਬਣ ਗਈ ਹੈ ਜਿਹਦੇ ਦੋ ਸਨਮੁਖ ਕੋਣਾਂ ਦਾ ਜੋੜ 180 ਹੈ, ਰਹਿੰਦੇ ਦੋ ਕੋਣਾਂ ਦਾ ਜੋੜ ਵੀ 180 ਡਿਗਰੀ ਹੋਏਗਾ। ਦੋਹਾਂ ਦਾ ਜੋੜ ਇੱਕ ਦਾ ਮਾਪ ਜੇ 70 ਡਿਗਰੀ ਹੋਏਗਾ ਤਾਂ 180 - 70 ਡਿਗਰੀ ਇਜ਼ ਇਕੁਅਲ ਟੂ 110 ਡਿਗਰੀ, ਯਾਨੀ ਕਿ ਆਪਸ਼ਨ B ਇਜ਼ ਦਾ ਰਾਈਟ ਆਪਸ਼ਨ। ਇਸ ਕੋਣ ਦਾ ਮਾਪ ਜਿਹੜਾ ਹੈ 110 ਡਿਗਰੀ ਹੋਏਗਾ। ਕੁਐਸਚਨ ਨੰਬਰ 12, ਦਿੱਤੇ ਚਿੱਤਰ ਵਿੱਚ ਸਿਫਰਾਂ ਦੀ ਗਿਣਤੀ ਪਤਾ ਕਰੋ। ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਕਿ ਕੋਈ ਵੀ ਗ੍ਰਾਫ ਲਾਈਨ X ਧੁਰੇ ਨੂੰ ਜਿੰਨੇ ਬਿੰਦੂਆਂ ਤੇ ਕੱਟੇਗੀ ਸਿਫਰਾਂ ਦੀ ਗਿਣਤੀ ਓਨੀ ਹੀ ਹੁੰਦੀ ਹੈ। ਇਸ ਪ੍ਰਸ਼ਨ ਦੇ ਵਿੱਚ ਇੱਕ ਬਿੰਦੂ ਤੇ ਦੂਸਰਾ ਬਿੰਦੂ ਇਹ ਹੈ, ਇੱਥੇ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ 2। B ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 13, ਬਹੁਪਦ ਬਣਾਓ ਜਿਸ ਦੀਆਂ ਸਿਫਰਾਂ ਦਾ ਜੋੜਫਲ 15 ਤੇ ਗੁਣਨਫਲ 56 ਹੋਵੇ। ਸਾਨੂੰ ਪਤਾ ਹੈ ਕਿ -B ਬਟੇ A ਸਿਫਰਾਂ ਦਾ ਜੋੜਫਲ ਹੁੰਦਾ ਹੈ। ਇੱਥੇ ਉਹਨਾਂ ਨੇ ਦਿੱਤਾ ਹੋਇਆ ਹੈ 15 ਤੇ ਨਾਲ ਹੀ C ਬਟੇ A ਹੁੰਦਾ ਹੈ ਸਿਫਰਾਂ ਦਾ ਗੁਣਨਫਲ, ਉਹਦੇ ਲਈ ਦਿੱਤਾ ਅਸੀਂ 56। ਪਿਆਰੇ ਵਿਦਿਆਰਥੀਓ, A ਦਾ ਮੁੱਲ 1 ਹੀ ਹੈ ਕਿਉਂਕਿ ਜਿਹੜਾ ਬਹੁਪਦ ਸਾਡੇ ਕੋਲੇ ਇਸ ਵੇਲੇ ਮੌਜੂਦ ਹੈ, ਅਸੀਂ ਭਾਵੇਂ ਤਾਂ ਇੱਥੋਂ ਬਹੁਪਦ ਤਿਆਰ ਕਰੀਏ ਤਾਂ ਵੀ ਬਹੁਪਦ B ਹੀ ਬਣੇਗਾ, ਤੇ ਜੇ ਅਸੀਂ ਇਹਨਾਂ ਸਾਰੇ ਬਹੁਪਦਾਂ ਤੋਂ ਪਹਿਲਾਂ ਗੁਣਨਖੰਡ ਬਣਾਈਏ ਤਾਂ B ਬਹੁਪਦ ਤੋਂ ਪ੍ਰਾਪਤ ਗੁਣਨਖੰਡ ਜਿਹੜੇ ਹੈ ਉਹ y -8 ਤੇ y -7 ਬਣਨਗੇ, ਕਿਉਂਕਿ -8 × -7 56 ਬਣਦੇ ਆ, ਤੇ ਇਹ -8 ਤੇ -7 -15 ਬਣਦੇ ਆ, ਯਾਨੀ ਕਿ ਸਾਡੀ B ਆਪਸ਼ਨ ਹੈ ਉਹ ਸਹੀ ਆਪਸ਼ਨ ਹੈ। ਤੁਸੀਂ ਇਹਨਾਂ ਤੋਂ ਵੀ ਦੋ ਘਾਤੀ ਬਹੁਪਦ ਤਿਆਰ ਕਰ ਸਕਦੇ ਸੀ ਤੇ ਦਿੱਤੇ
ਜਿਹੜੇ ਦੋ ਘਾਤੀ ਬਹੁਪਦ ਹੈ ਉਹਨਾਂ ਚੋਂ ਵੀ ਸਹੀ ਉੱਤਰ ਦੀ ਪਛਾਣ ਜਿਹੜੀ ਕਰੋਗੇ ਤਾਂ ਤੁਹਾਨੂੰ ਬੀ ਆਪਸ਼ਨ ਆ ਉਹ ਰਾਈਟ ਆਪਸ਼ਨ ਹੋਏਗੀ। ਕੁਐਸਚਨ ਨੰਬਰ 14, ਦੋ ਸੰਖਿਆਵਾਂ 36 ਅਤੇ 48 ਦਾ ਮਹੱਤਮ ਸਮਾਪ ਵਰਤਕ 12 ਹੈ, यानी कि HCF of two numbers 36 and 48, B12 then find the LCM, यानी कि नीचे वाला जो ਅਸੀਂ LCM फाइंड करना है। ਸਾਨੂੰ ਪਤਾ ਹੈ ਜਿਹੜੇ ਨੰਬਰ ਗਿਵਨ ਨੇ ਉਹ ਹੈ 36 ਤੇ 48। ਦੋ ਨੰਬਰ ਨੂੰ ਅਗਰ ਡਾਇਰੈਕਟਲੀ ਮਲਟੀਪਲਾਈ ਕਰ ਦਈਏ, ਪ੍ਰੋਡਕਟ ਆਫ ਟੂ ਨੰਬਰ ਡਿਵਾਈਡਡ ਬਾਈ HCF of those numbers that is 12, you will get LCM, यानी कि लघुत्तम समाप वरतया है। 12 चौक 48, 4 6 24 4 3 14, यानी कि 144 बी ऑप्शन है ਜਿਹੜਾ ਉਹ ਇੰਨਾ ਹੀ ਦੋ ਨੰਬਰ ਦਾ ਲੱਲਾ ਸੱਸਾ ਵਾਵਾ यानी कि ਲੀਸਟ ਕਾਮਨ ਮਲਟੀਪਲ ਹੋਏਗਾ। ਕੁਐਸਚਨ ਨੰਬਰ 15, ਕਿਸੇ ਬਿੰਦੂ P ਤੋਂ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ। ਆਪਾਂ ਇੱਕ ਰਫ ਚੱਕਰ ਬਣਾਉਣੇ ਆ। ਆ ਸਪਰਸ਼ ਰੇਖਾ ਇੱਥੇ ਅਸੀਂ ਲਿਖ ਲੈਂਦੇ ਆ ਬਿੰਦੂ P, ਇਹ P ਤੋਂ ਸਪਰਸ਼ ਰੇਖਾ ਦੀ ਦੂਰੀ ਜਿਹੜੀ ਲੰਬਾਈ ਹੈ ਉਹ 24 ਸੈਂਟੀਮੀਟਰ ਹੈ। ਇਹ ਚੱਕਰ ਦਾ ਕੇਂਦਰ ਹੈ। The distance of P from the center is 25, यानी कि सेंटर तो उससे बिंदु का डिस्टेंस 25 सेंटीमीटर है। हुण जे असी इस स्पर्श बिंदु ते अर्ध व्यास मिला दईए तो सानू पता है ये एक राइट एंगल ट्रायंगल बन जाएगी ते असी इस अर्ध व्यास की वैल्यू फाइंड कर सकते हैं। असी की करांगे कि इस वेले राइट एंगल के अपोजिट जिहड़ा ओह कर्ण हाइपोटेन्यूज है। 25 ਦਾ ਕਰਨ ਦਾ ਵਰਗ यानी कि 625 ਮਾਈਨਸ ਆਧਾਰ ਦਾ ਵਰਗ 24 × 24 576 ਮਾਈਨਸ ਕਰਾਂਗੇ 15 ਚੋਂ 6 ਗਏ 9, ਇੱਥੇ ਸਾਡੇ ਕੋਲੇ ਰਹਿ ਗਏ 12 ਚੋਂ ਇੱਕ ਇੱਧਰ ਕੈਰੀ ਹੋ ਗਿਆ 11 ਚੋਂ 7 ਗਏ 4, यानी कि 49 ਜਿਹੜਾ ਹੈਗਾ ਇਹ ਕਿਹਦੀ ਵੈਲਿਊ ਹੈ r ਸਕੁਅਰ। ਪਾਈਥਾਗੋਰਸ ਦਾ ਨਿਯਮ ਕਹਿੰਦਾ ਹੈ ਲੰਬ ਦਾ ਵਰਗ ਬਰਾਬਰ ਕਰਨ ਦਾ ਵਰਗ ਮਾਈਨਸ ਆਧਾਰ ਦਾ ਵਰਗ, ਤਾਂ ਇੱਥੇ ਜਿਹੜਾ ਕੱਲੇ r ਦੀ ਵੈਲਿਊ ਹੋ ਜਾਏਗੀ 49 ਦਾ ਸਕੁਅਰ ਰੂਟ यानी कि 7 सेंटीमीटर। रेडियस ऑफ दिस सर्कल इज ऑप्शन बी 7 सेंटीमीटर होएगी। क्वेश्चन नंबर 16, दो ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ ਕ੍ਰਮਵਾਰ 4 ਸੈਂਟੀਮੀਟਰ ਅਤੇ 5 ਸੈਂਟੀਮੀਟਰ ਹਨ। ਇੱਕ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰੋ ਜਿਹੜੀ ਦੂਸਰੇ ਚੱਕਰ ਦੀ ਸਪਰਸ਼ ਰੇਖਾ ਹੋਵੇ। ਪਿਆਰੇ ਵਿਦਿਆਰਥੀਓ, ਆਪਾਂ ਦੋ ਸਮਕੇਂਦਰੀ ਚੱਕਰ ਬਣਾਏ ਆ। ਵੱਡੇ ਚੱਕਰ ਦੀ ਆਪਾਂ ਜੀਵਾ ਡਰਾ ਕਰਦੇ ਆ ਜਿਹਨੂੰ ਅਸੀਂ ਕੌਰਡ ਕਹਿੰਦੇ ਆ, ਉਹਦਾ ਨਾਮ ਅਸੀਂ ਰੱਖ ਲੈਂਦੇ ਆ AB। ਇਹ ਸਾਡਾ ਸਪਰਸ਼ ਬਿੰਦੂ ਹੈ, ਇਹਦਾ ਨਾਮ ਰੱਖ ਲਿਆ ਆਪਾਂ C। ਹੁਣ ਗੱਲ ਕੀਤੀ ਹੈ ਦੋ ਅਰਧ ਵਿਆਸ, ਛੋਟੇ ਚੱਕਰ ਦਾ ਅਰਧ ਵਿਆਸ ਹੈ ਜਿਹੜਾ ਉਹ ਆਪਾਂ C ਤੇ ਜੁਆਇਨ ਕਰਵਾ ਦਿੰਨੇ ਆ। ਤੁਹਾਨੂੰ ਪਤਾ ਵੀ ਕਿਸੇ ਵੀ ਚੱਕਰ ਦਾ ਅਰਧ ਵਿਆਸ ਜਿਹੜਾ ਹੁੰਦਾ ਹੈ ਉਹ ਲੰਬ ਹੁੰਦਾ ਹੈ ਜੇ ਸਪਰਸ਼ ਬਿੰਦੂ ਦੇ ਨਾਲ ਮੈਚ ਕਰਦਾ, ਤਾਂ ਇਸ ਵੇਲੇ ਆ ਸਪਰਸ਼ ਰੇਖਾ ਹੈ ਤੇ ਇੱਥੇ ਕੀ ਹੋਏਗਾ ਸਮਕੋਣ ਬਣੇਗਾ। ਹੁਣ ਮੈਂ ਜਿਹੜਾ ਵੱਡਾ ਚੱਕਰ ਹੈ ਉਹਦਾ ਅਰਧ ਵਿਆਸ ਜਿਹੜਾ ਹੈ ਉਹ A ਬਿੰਦੂ ਤੋਂ ਲੈ ਕੇ ਕੇਂਦਰ ਤੱਕ ਮਿਲਾਉਣਾ, ਜਿਹਨੂੰ ਆਪਾਂ O ਲੈਟ ਕਰਦੇ ਆ। ਇਹਦੀ ਲੰਬਾਈ 5 ਸੈਂਟੀਮੀਟਰ ਹੈ। ਇੱਥੇ ਜਿਹੜਾ ਛੋਟੇ ਚੱਕਰ ਦਾ ਅਰਧ ਵਿਆਸ ਹੈ ਇਹ ਗਿਵਨ ਹੈ 4 ਸੈਂਟੀਮੀਟਰ। ਸਾਨੂੰ ਆ ਪੂਰੀ ਲੰਬਾਈ यानी कि AB ਦੀ ਲੰਬਾਈ ਪਤਾ ਕਰਨੀ ਹੈ ਜਿਹੜੀ ਕਿ ਕੌਰਡ ਦੀ ਲੰਬਾਈ ਹੋਏਗੀ। ਉਹਨੇ ਕਿਹਾ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰੋ। ਪਿਆਰੇ ਵਿਦਿਆਰਥੀਓ, ਜਦੋਂ ਆਪਾਂ ਵੱਡੇ ਚੱਕਰ ਵੱਲ ਧਿਆਨ ਦੇਖੀਏ, ਜੀਵਾ ਤੇ ਲੰਬ ਸਿੱਟਿਆ ਹੋਵੇ ਤਾਂ ਜੀਵਾ ਦਾ ਅੱਧ ਹੋ ਜਾਂਦਾ ਹੈ यानी कि AC ਜਿਹੜੀ ਹੈਗੀ ਹੈ ਇਕੁਅਲਸ ਟੂ ਹਾਫ ਆਫ AB ਹੈ। ਜੇ ਅਸੀਂ AB ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਅਸੀਂ AC ਦਾ ਹੀ ਦੁੱਗਣਾ ਕਰ ਦਾਂਗੇ ਤਾਂ A ਤੋਂ ਲੈ ਕੇ B ਤੱਕ AB ਦੀ ਵੈਲਿਊ ਫਾਈਂਡ ਹੋ ਜਾਏਗੀ। ਇੱਥੇ ਹੁਣ ਅਸੀਂ ਚਿੱਤਰ ਦੇ ਅਨੁਸਾਰ ਇਹ ਸਮਕੋਣੀ ਤ੍ਰਿਕੋਣ ਹੈ। ਜੇ ਸਮਕੋਣੀ ਤ੍ਰਿਕੋਣ ਵਿੱਚ ਇੱਕ ਭੁਜਾ 4 ਹੋਵੇ, ਕਰਨ ਸਭ ਤੋਂ ਵੱਡੀ 5 ਹੋਵੇ, ਆਧਾਰ ਉਹ 3 ਆਏਗਾ, ਤੁਸੀਂ ਪਾਈਥਾਗੋਰਸ ਦੀ ਹੈਲਪ ਨਾਲ AC ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਫਾਈਂਡ ਕਰ ਸਕਦੇ ਹੋ 3 ਸੈਂਟੀਮੀਟਰ। ਹੁਣ AC ਹੈ ਕੀ ਹੈ? AC ਜਿਹੜੀ ਹੈਗੀ ਹੈ ਉਹ ਅੱਧੀ ਹੈ। ਆਪਾਂ AB ਬਣਾਉਣ ਲਈ ਉਹਨੂੰ 2 ਨਾਲ ਮਲਟੀਪਲਾਈ ਕਰਾਂਗੇ यानी कि 6 ਸੈਂਟੀਮੀਟਰ ਜਿਹੜੀ ਹੈਗੀ ਹੈ ਉਹ AB ਪੂਰੀ ਵਤਰ ਦੀ ਲੰਬਾਈ A ਤੋਂ ਲੈ ਕੇ B ਤੱਕ ਹੋਏਗੀ। ਇਹਨਾਂ ਵਿੱਚ ਕੋਈ ਆਪਸ਼ਨ ਨਹੀਂ ਹੈ यानी कि ਤੁਸੀਂ ਸਵਾਲ ਸਹੀ ਕੱਢਣਾ ਹੈ, ਆਪਸ਼ਨ ਦੇ ਵਿੱਚ ਨਹੀਂ ਹੈ ਤਾਂ ਕੋਈ ਗੱਲ ਨਹੀਂ। ਇਹਦੀ ਜਿਹੜਾ ਸਹੀ ਉੱਤਰ ਹੋਏਗਾ AB ਦੀ ਵੈਲਿਊ ਜਿਹੜੀ ਆ ਉਹ 6 ਸੈਂਟੀਮੀਟਰ ਹੋਏਗੀ। ਕੁਐਸਚਨ ਨੰਬਰ 17, ਇਹਨਾਂ ਵਿੱਚੋਂ ਕਿਹੜੀ AP ਹੈ? ਵਿਚ ਆਫ ਦਾ ਫੋਲੋਇੰਗ ਦਾ AP? ਬੜੇ ਧਿਆਨ ਨਾਲ ਤੁਸੀਂ ਵੇਖੋਗੇ ਕੱਲੀ A ਆਪਸ਼ਨ ਦੇ ਵਿੱਚ ਹੀ ਦੂਜੀ ਚੋਂ ਪਹਿਲੀ, ਤੀਜੀ ਚੋਂ ਦੂਸਰੀ, ਚੌਥੀ ਚੋਂ
ਜਿਹੜੀ ਤੀਸਰੀ ਹੈ ਉਹ ਅਸੀਂ ਟਰਮ ਮਾਈਨਸ ਕਰਦੇ ਹਾਂ ਤਾਂ ਇੱਕੋ ਹੀ ਆਨਸਰ ਪ੍ਰਾਪਤ ਹੁੰਦਾ ਹੈ, ਜਿਹਨੂੰ ਅਸੀਂ ਡੀ ਬੋਲਦੇ ਹਾਂ, ਕਾਮਨ ਡਿਫਰੈਂਸ। A ਇਜ਼ ਐਨ AP। ਕੁਐਸਚਨ ਨੰਬਰ 18, 5/6 ਦਾ ਦਸ਼ਮਲਵ ਰੂਪ ਯਾਨੀ ਕਿ ਡੈਸੀਮਲ ਫਾਰਮ ਆਫ 5/6। ਅਸੀਂ ਇੱਕ ਥੋੜੀ ਜੀ ਐਕਟੀਵਿਟੀ ਕਰਦੇ ਹਾਂ, 5 ਨੂੰ ਡਿਵਾਈਡ ਕਰਦੇ ਹਾਂ 6 ਨਾਲ। ਡੈਸੀਮਲ ਦੀ ਹੈਲਪ ਨਾਲ ਅਸੀਂ ਇੱਥੇ 0 ਲਗਾਵਾਂਗੇ। 6 8 48। ਹੁਣ ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਦੇ ਅੱਗੇ 8 ਲੱਗਿਆ ਉਹਨਾਂ ਦੋਹਾਂ ਚੋਂ ਕੋਈ ਆਨਸਰ ਹੋਏਗਾ, C ਤੇ D ਆਪਸ਼ਨ ਹੋ ਨਹੀਂ ਸਕਦੇ। ਹੁਣ ਅਸੀਂ ਜਦੋਂ ਇੱਕ ਵਾਰੀ ਡੈਸੀਮਲ ਲਗਾ ਲਿਆ, ਜਿਹੜਾ ਰਿਮਾਈਂਡਰ ਬਚੇਗਾ ਉਹਦੇ ਨਾਲ 0 ਲਗਾ ਕੇ ਜਦੋਂ ਫਿਰ ਟੇਬਲ ਪੜਾਂਗੇ 6 3 18 ਤਾਂ ਇਹ ਰਿਪੀਟ ਹੋਏਗਾ, ਯਾਨੀ ਕਿ 3 3 3 ਰਿਪੀਟ ਹੋਏਗਾ। ਇਹਦਾ ਮਤਲਬ 0.833, 0.8 ਤੋਂ ਬਾਅਦ ਕੱਲਾ 3 ਹੀ ਰਿਪੀਟ ਹੋਏਗਾ। ਆਪਸ਼ਨ A ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 19, AP ਦਾ 21ਵਾਂ ਪਦ ਜਿਸ ਦੇ ਪਹਿਲੇ ਦੋ ਪਦ -3 ਅਤੇ 4 ਹਨ। ਜਿਹੜਾ ਪਹਿਲਾ ਪਦ ਹੁੰਦਾ ਕਿਸੇ AP ਦਾ ਉਹਨੂੰ ਅਸੀਂ A ਦੀ ਵੈਲਿਊ ਕਹਿੰਦੇ ਆ, ਉਹ ਕਿੰਨੀ ਹੈ? -3। D ਸਾਡੇ ਕੋਲੇ ਫਾਈਂਡ ਹੋ ਜਾਏਗੀ ਜਦੋਂ ਅਸੀਂ 4 ਦੇ ਵਿੱਚੋਂ ਮਾਈਨਸ ਕਰਾਂਗੇ। ਫਸਟ ਟਰਮ ਜਿਹੜੀ ਹੈ ਉਹ ਪਹਿਲਾਂ ਹੀ -3 ਹੈ, ਯਾਨੀ ਕਿ D ਇਜ਼ ਇਕੁਅਲ ਟੂ ਨੈਗੇਟਿਵ ਇੰਟੂ ਨੈਗੇਟਿਵ ਪੋਜ਼ਿਟਿਵ 7। ਹੁਣ 21ਵਾਂ ਪਦ ਕੀ ਹੁੰਦਾ ਹੈ? 21ਵਾਂ ਪਦ ਯਾਨੀ ਕਿ A21 ਇਜ਼ ਇਕੁਅਲ ਟੂ A ਪਲੱਸ ਓਨਲੀ 20D। A ਸਾਡੇ ਕੋਲੇ ਹੈ -3 ਪਲੱਸ 20 ਇੰਟੂ 7, ਕਿਉਂਕਿ D ਦੀ ਵੈਲਿਊ 7 ਹੈ, 20 7 140। 140 ਚੋਂ 3 ਮਾਈਨਸ ਹੋ ਜਾਣਗੇ, 137 ਹੈ ਜਿਹੜੀ ਹੈ ਉਹ ਸਹੀ ਜਵਾਬ ਹੋਏਗਾ, ਯਾਨੀ ਕਿ B ਆਪਸ਼ਨ ਹੈ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 20, ਪਹਿਲੇ 5 3 ਦੇ ਗੁਣਜਾਂ ਦਾ ਜੋੜ ਦਾ ਸਮ ਆਫ ਦਾ ਫਸਟ 5 ਮਲਟੀਪਲਸ ਆਫ 3। ਤਾਂ 5 ਦੇ ਪਹਿਲੇ 3 ਗੁਣ ਕਿਹੜੇ? 3 ਏਕਮ 3 ਪਹਿਲਾ, 3 ਦੂਣੀ 6, 3 3 9, 3 ਚੌਕੀ 12, 3 5 15। ਤਾਂ ਇਹਨਾਂ ਸਾਰਿਆਂ ਦਾ ਜੋੜ ਕਰੋਗੇ ਤਾਂ ਵੀ ਆਨਸਰ 45 ਆਏਗਾ। ਤਾਂ ਤੁਸੀਂ ਆਰਾਮ ਨਾਲ A ਆਪਸ਼ਨ ਨੂੰ ਸਹੀ ਕਹਿ ਸਕਦੇ ਹੋ। ਪਰ ਜੇ ਤੁਸੀਂ ਸੂਤਰ ਦੀ ਮਦਦ ਲੈਣਾ ਚਾਹੁੰਦੇ ਹੋ, ਪੇਪਰ ਦੇ ਵਿੱਚ ਜ਼ਿਆਦਾ ਟਰਮਾਂ ਦਾ ਜੋੜ ਪਤਾ ਕਰਨਾ ਪੈ ਜੇ, ਤਾਂ 3 ਦਾ ਪਹਿਲਾ ਜਦੋਂ ਆਪਾਂ ਸ਼ੁਰੂ ਕਰਾਂਗੇ, ਪਹਿਲਾ ਗੁਣ 'ਚ 3 ਆਪ ਹੀ ਹੋਏਗਾ, ਤਾਂ ਪਹਿਲੀ ਜਿਹੜੀ ਟਰਮ ਹੋਏਗੀ AP ਦੀ ਉਹ 3 ਆਪ ਹੋਏਗਾ। ਹੁਣ ਆਪਾਂ ਇਹਦੇ ਵਿੱਚ D ਦੀ ਗੱਲ ਕਰਾਂਗੇ ਤਾਂ ਉਹ D ਵੀ, ਕਿਉਂਕਿ 3 3 ਦਾ ਪਹਾੜ ਹੈ, ਜਦੋਂ 3 ਦਾ ਫਰਕ ਕਰਕੇ ਚੱਲੇਗਾ ਤਾਂ ਉਹ D ਵੀ ਤੁਹਾਡਾ ਕੀ ਹੋ ਜਾਏਗਾ? 3 ਹੋ ਜਾਏਗਾ। ਇਸ ਤਰੀਕੇ ਨਾਲ ਜਿਹੜੀ 5ਵੀਂ ਟਰਮ ਹੋਏਗੀ ਤਾਂ ਉਹ 3 5 15, ਯਾਨੀ ਕਿ L ਜਿਹੜੀ ਲਾਸਟ ਟਰਮ ਹੈ ਉਹ ਕਿੰਨੀ ਹੋ ਜਾਏਗੀ? 15। ਤਾਂ ਇੱਥੇ ਵੀ ਅਸੀਂ ਵੇਖਿਆ ਪਹਿਲੀ 3 ਹੈ ਤੇ ਲਾਸਟ 5ਵੀਂ ਟਰਮ ਕੀ ਹੈ? 15। ਹੁਣ ਸਾਡੇ ਕੋਲ ਜਿਹੜਾ ਸੂਤਰ ਹੈ ਸਮ ਆਫ n ਟਰਮਸ ਇਕੁਅਲ ਟੂ n/2 ਇੰਟੂ ਪਹਿਲੀ ਟਰਮ A ਪਲੱਸ ਲਾਸਟ ਟਰਮ L। ਇਹਦੇ ਨਾਲ ਤੁਸੀਂ ਜਿੰਨੀਆਂ ਮਰਜ਼ੀ ਟਰਮਾਂ ਦਾ ਸਮ ਪਤਾ ਕਰਨਾ ਹੋਵੇ, n ਦੀ ਵੈਲਿਊ ਇੱਥੇ 5 ਹੈ, ਕਿਉਂਕਿ 5 ਟਰਮਾਂ ਦਾ ਹੀ AP ਦੀਆਂ ਜਿਹੜੀਆਂ ਬਣ ਗਈਆਂ 3 ਦੇ ਪਹਾੜੇ ਤੋਂ, ਉਹਨਾਂ ਦਾ ਹੀ ਜੋੜਫਲ ਪਤਾ ਕਰਨਾ ਹੈ। ਤਾਂ S5 ਇਜ਼ ਇਕੁਅਲ ਟੂ n ਦੀ ਵੈਲਿਊ ਅਸੀਂ 5 ਹੀ ਰੱਖਾਂਗੇ ਅਪੋਨ 2 ਇੰਟੂ A ਪਲੱਸ L। A ਕੀ ਹੈ? 3 ਤੇ L ਕੀ ਹੈ? 15। ਇਹ ਜੋੜ ਹੋ ਕੇ ਕਿੰਨੇ ਬਣ ਗਏ? 18। ਹੁਣ ਇਸ 2 ਨੇ 18 ਨੂੰ ਕੈਂਸਲ ਕਰਕੇ 9 ਇੰਟੂ 5, ਯਾਨੀ ਕਿ ਸਮ ਆਫ 5 ਟਰਮਸ ਇਕੁਅਲ ਟੂ 45। ਤਾਂ ਇੱਥੇ ਸਾਡਾ ਇਸ ਢੰਗ ਨਾਲ ਵੀ, ਸੂਤਰ ਨਾਲ ਵੀ ਅਸੀਂ ਫਾਈਂਡ ਕਰ ਸਕਦੇ ਹਾਂ। ਤਾਂ ਇਸ ਦੇ ਨਾਲ ਹੀ ਜਿਹੜਾ ਇਹ ਤੁਹਾਡਾ ਸੈਂਪਲ ਪ੍ਰਸ਼ਨ ਪੱਤਰ ਹੈ ਉਹਦੇ ਹੱਲ ਜਿਹੜੇ 20 ਪ੍ਰਸ਼ਨਾਂ ਦਾ ਇੱਥੇ ਪੂਰਾ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।